ਵੈਲਕਮ ਟੂ CBC ਸਿੱਖਿਆ ਔਨਲਾਈਨ ਪਲੇਟਫਾਰਮ। ਮੈਂ ਤੁਹਾਡਾ ਆਪਣਾ ਰਵੀ ਸਰ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਵੈਲਕਮ ਕਰਦਾ। ਅਤੇ ਅੱਜ ਅਸੀਂ ਡਿਸਕਸ ਕਰਾਂਗੇ ਅੱਜ ਦੇ ਕਰੰਟ ਅਫੇਅਰ ਟੂਡੇ ਕਰੰਟ ਅਫੇਅਰ ਦੇ ਬਾਰੇ, ਠੀਕ ਹੈ ਜੀ। ਅਤੇ ਇਹਦੇ ਵਿੱਚ ਅਸੀਂ ਡਿਸਕਸ ਕਰਾਂਗੇ ਆਪਣੇ ਜਿਹੜੇ 10 ਕੁਐਸਚਨ ਅਸੀਂ ਡੇਲੀ ਡਿਸਕਸ ਕਰਦੇ ਹਾਂ ਉਹਨਾਂ ਤੋਂ। ਕੱਲ੍ਹ ਮੈਂ ਆਪਣੀ ਵੀਡੀਓ ਨੂੰ ਸਟਾਰਟ ਕੀਤਾ ਸੀ। ਸੋ ਆਪਣਾ ਪਹਿਲਾ ਕੰਮ ਹੋਣਾ ਚਾਹੀਦਾ ਹੈ ਮੋਰਨਿੰਗ ਦੇ ਵਿੱਚ ਉੱਠ ਕੇ ਆਪਣਾ ਸਭ ਤੋਂ ਪਹਿਲਾ ਕੰਮ ਹੈ ਕਿ ਆਪਣੇ ਜਿਹੜੇ ਕਰੰਟ ਅਫੇਅਰ ਨੇ ਡੇਲੀ ਦੇ 20 ਮਿੰਟਸ ਜਾਂ ਆਪਣੀ ਲਾਈਫ ਦੇ ਵਿੱਚੋਂ ਕੱਢ ਕੇ ਡੇਲੀ ਦੇ ਤਾਂ ਤੁਸੀਂ ਇਹ ਕੰਮ ਨੂੰ ਕੰਪਲੀਟ ਕਰੋ। ਅਤੇ ਆਓ ਜੀ ਆਪਣੇ ਪਹਿਲੇ ਕੁਐਸਚਨ ਨੂੰ ਵੇਖੀਏ ਆਪਾਂ। ਇਹਦੇ ਵਿੱਚ ਕਹਿੰਦਾ ਪਿਆ ਜੀ, ਹੂ ਹੈਜ਼ ਬੀਨ ਦੀ ਨੇਮ ਐਜ਼ ਦਾ ਨਿਊ ਚੇਅਰ ਆਫ ਦਾ UN ਕਾਊਂਟਰ ਟੈਰਰਿਜ਼ਮ ਕਮੇਟੀ ਫੋਰ ਦਾ 2022। 2022 ਦੇ ਵਿੱਚ ਇੱਕ ਕਮੇਟੀ ਬਣੀ ਹੈ। ਉਸ ਕਮੇਟੀ ਜਿਹੜੀ ਹੈ ਉਹ ਹੈਗੀ ਹੈ ਟੈਰਰਿਜ਼ਮ, ਕਾਊਂਟਰ ਟੈਰਰਿਜ਼ਮ ਦੇ ਉੱਪਰ, ਆਤੰਕਵਾਦ ਨੂੰ ਰੋਕਣ ਵਾਸਤੇ ਯੂਨਾਈਟਿਡ ਨੇਸ਼ਨ ਦੇ ਵਿੱਚ ਇੱਕ ਕਮੇਟੀ ਬਣੀ ਹੈ। ਉਸ ਕਮੇਟੀ ਦੇ ਵਿੱਚ ਜੀ ਮੇਨ ਜਿਹੜੇ ਬਣੇ ਨੇ ਹੈੱਡ ਕਿਹਨਾਂ ਨੂੰ ਬਣਾਇਆ ਗਿਆ, ਉਹਨਾਂ ਨੂੰ ਚੇਅਰਮੈਨ ਜਿਹੜੇ ਤਾਂ ਉਹ ਬਣਾਏ ਗਏ ਨੇ ਇੰਡੀਆ ਦੇ ਪਰਸਨ ਨੇ। ਇਹਨਾਂ ਦਾ ਨਾਮ ਹੈ TS ਤ੍ਰਿਮੂਰਤੀ, ਠੀਕ ਹੈ ਜੀ। ਇਹਨਾਂ ਦੇ ਬਾਰੇ ਤੁਸੀਂ ਯਾਦ ਰੱਖਣਾ ਤਾਂ ਇਹ ਮੇਨ ਬਣੇ ਨੇ, ਠੀਕ ਹੈ ਜੀ। ਤੁਹਾਨੂੰ ਪਤਾ ਹੋਵੇਗਾ ਇੰਡੀਆ ਨੇ ਜੀ ਹੁਣ ਇੱਕ ਸਿਕਿਉਰਿਟੀ ਕਾਊਂਸਿਲ ਜਿਹੜਾ ਇਹਨਾਂ, ਕਿਉਂਕਿ ਯੂਨਾਈਟਿਡ ਨੇਸ਼ਨ ਦੀ ਗੱਲ ਹੋ ਰਹੀ ਹੈ, ਤੁਹਾਨੂੰ ਪਤਾ ਇਹਨਾਂ ਦੀ ਜਿਹੜੀ ਫਾਊਂਡੇਸ਼ਨ ਕਦੋਂ ਹੋਈ ਸੀ। ਅਤੇ ਫਾਊਂਡੇਸ਼ਨ ਜਿਹੜੀ ਇਹਨਾਂ ਦੀ ਹੋਈ ਸੀ ਇਹ ਹੋਈ ਸੀ 24 ਅਕਤੂਬਰ 1945 ਦੇ ਵਿੱਚ, ਠੀਕ ਹੈ। 24 ਅਕਤੂਬਰ ਨੂੰ ਆਪਾਂ ਐਜ਼ ਏ ਯੂਨਾਈਟਿਡ ਨੇਸ਼ਨ ਡੇ ਮਨਾਉਂਦੇ ਹਾਂ, ਠੀਕ ਹੈ ਜੀ। ਤੁਹਾਨੂੰ ਸਭ ਨੂੰ ਪਤਾ ਹੈ। ਉਸ ਤੋਂ ਬਾਅਦ ਇਹਦੇ ਵਿੱਚ ਤੁਹਾਨੂੰ ਪਤਾ ਇੰਡੀਆ ਦੋ ਤਰ੍ਹਾਂ ਦੇ ਮੈਂਬਰ ਹੁੰਦੇ ਨੇ। ਟੋਟਲ ਮੈਂਬਰ ਇਹਨਾਂ ਦੇ ਕਿੰਨੇ ਹੋ ਚੁੱਕੇ ਨੇ, 193 ਮੈਂਬਰ ਹੋ ਚੁੱਕੇ ਨੇ। ਜਿਹੜਾ 193 ਮੈਂਬਰ ਸੀ ਇਹ ਸੀਗਾ ਸਾਊਥ ਸੁਡਾਨ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਅਤੇ ਉਸ ਤੋਂ ਬਾਅਦ ਇੰਡੀਆ ਐਜ਼ ਇੱਕ ਫਾਊਂਡਿੰਗ ਮੈਂਬਰ ਕੰਮ ਕਰਦਾ, ਠੀਕ ਹੈ ਜੀ, ਯਾਦ ਰੱਖਿਆ ਜੀ। ਅਤੇ ਇਹਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਹੈਗੇ ਨੇ 5-6 ਪਿਲਰ ਜਿਹਦੇ ਬੇਸ 'ਤੇ ਯੂਨਾਈਟਿਡ ਨੇਸ਼ਨ ਕੰਮ ਕਰਦਾ ਹੈ। ਉਹਦੇ ਵਿੱਚ ਇਹਨਾਂ ਦਾ ਇੱਕ ਸਿਕਿਉਰਿਟੀ ਕਾਊਂਸਿਲ ਜਿਹਦੇ ਵਿੱਚ ਹੁੰਦੇ ਨੇ 15 ਮੈਂਬਰ। 15 ਮੈਂਬਰ ਦੇ ਵਿੱਚ ਵੀ ਹੁੰਦੇ ਨੇ 5 ਪਰਮਾਨੈਂਟ ਅਤੇ 10 ਹੁੰਦੇ ਨੇ ਨੋਨ ਪਰਮਾਨੈਂਟ, ਠੀਕ ਹੈ ਜੀ। ਤਾਂ ਇਹ ਜਿਹੜੇ ਪਰਮਾਨੈਂਟ ਹੁੰਦੇ ਜਿਨ੍ਹਾਂ ਕੋਲ ਵੀਟੋ ਪਾਵਰ ਹੁੰਦੀ ਹੈ। ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਣਾ। ਅਤੇ ਇਹਦੀ ਸਿਕਿਉਰਿਟੀ ਕਾਊਂਸਿਲ ਦੀ ਪ੍ਰੈਜ਼ੀਡੈਂਸੀ ਜਿਹੜੀ ਹੈ ਇਸ ਸਾਲ ਸਾਨੂੰ ਇੰਡੀਆ ਨੂੰ ਜਨਵਰੀ 2022 ਦੇ ਵਿੱਚ ਇੰਡੀਆ ਇਸ ਪ੍ਰੈਜ਼ੀਡੈਂਸੀ ਨੂੰ ਫਿਲਹਾਲ ਪ੍ਰੋਸਾਈਡ ਕਰੂਗਾ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਤੁਹਾਨੂੰ ਪਤਾ ਹੋਵੇਗਾ, ਉਸ ਤੋਂ ਬਾਅਦ ਤੁਸੀਂ ਯਾਦ ਰੱਖਣਾ ਜੀ ਇੰਡੀਆ ਦੇ ਵਿੱਚ ਯੂਨਾਈਟਿਡ ਨੇਸ਼ਨ ਦਾ ਜਿਹੜਾ ਕੁਐਸਚਨ ਜਿਹੜਾ ਹੈ ਯੂਨਾਈਟਿਡ ਨੇਸ਼ਨ ਨੇ ਇੰਡੀਆ ਦੇ ਲਈ ਨਾ ਇੱਕ ਰੈਜ਼ੀਡੈਂਟ 'ਤੇ ਨਿਯੁਕਤ ਕੀਤੀ ਹੈ। ਰੈਜ਼ੀਡੈਂਟ ਜਿਹੜਾ ਪਰਸਨ ਹੈ ਉਹ ਇੰਡੀਆ ਵਾਸਤੇ ਨਿਯੁਕਤ ਕੀਤਾ ਇੰਡੀਅਨ ਓਰੀਜਨ ਪਾਸੇ। ਉਸ ਦਾ ਨਾਮ ਹੈ ਜੀ, ਇਹ ਤੁਸੀਂ ਲਿਖ ਲਓ, ਸ਼ੌਂਬੀ ਸ਼ਾਰਪ, ਠੀਕ ਹੈ ਜੀ। ਇਹ ਤੁਸੀਂ ਨਾਮ ਯਾਦ ਕਰ ਲਓ। ਸ਼ੌਂਬੀ ਸ਼ਾਰਪ ਜਿਹੜੇ ਪਰਸਨ ਨੇ ਇਹ ਯੂਨਾਈਟਿਡ ਨੇਸ਼ਨ ਵੱਲੋਂ ਇੰਡੀਆ ਵਾਸਤੇ ਅਪਾਇੰਟ ਕੀਤੇ ਗਏ ਨੇ। ਇਹ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਿਆ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜਿਹੜੀ ਇਹਨਾਂ ਦੀ ਜਨਰਲ ਅਸੈਂਬਲੀ ਹੈ। ਜਨਰਲ ਅਸੈਂਬਲੀ ਮਤਲਬ ਜਿਹੜਾ ਫਸਟ ਪਿਲਰ ਹੈ ਜਿਹਨੂੰ ਆਪਾਂ ਵਰਲਡ ਦੀ ਪਾਰਲੀਮੈਂਟ ਕਹਿੰਦੇ ਹਾਂ। ਇਹਦੇ ਵਿੱਚ ਤੁਹਾਨੂੰ ਪਤਾ ਇੰਡੀਆ ਅਤੇ ਫਰਾਂਸ ਦਾ ਇੱਕ ਸੰਸਥਾ ਦਾ ਨਾਮ ਹੈ ਜਿਹਦਾ ਨਾਮ ਹੈ ਇੰਟਰਨੈਸ਼ਨਲ ਸੋਲਰ ਅਲਾਇੰਸ। ਐਜ਼ ਇੱਕ ਓਬਜ਼ਰਵਰ ਕੰਟਰੀ ਦੇ ਰੂਪ ਦੇ ਵਿੱਚ ਆ ਸਕਦਾ ਜਨਰਲ ਅਸੈਂਬਲੀ ਦੇ ਵਿੱਚ। ਇਹ ਵੀ ਕਰੰਟ ਦਾ ਕੁਐਸਚਨ ਹੈ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਆਈ ਹੋਪ ਕਿ ਤੁਹਾਨੂੰ ਮੈਂ ਸਾਰੇ ਇਸ ਤੋਂ ਰਿਲੇਟਿਡ ਜਿਹੜੇ ਕੁਐਸਚਨ ਨੇ ਮੈਂ ਦੱਸ ਚੁੱਕਿਆ ਤੁਹਾਨੂੰ। ਅਤੇ ਆਓ ਜੀ ਹੁਣ ਆਪਾਂ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਇਸ ਨੈਕਸਟ ਕੁਐਸਚਨ ਦੇ ਵਿੱਚ ਕਹਿੰਦਾ ਪਿਆ ਕਿ ਹੂ ਹੈਜ਼ ਬਿਕਮ ਦੀ ਫਸਟ ਵੂਮੈਨ ਕੰਪਲੀਟ ਦਾ ਸੋਲੋ ਟਰੈਕ ਆਫ ਦਾ ਸਾਊਥ ਪੋਲ ਇਨ 40 ਡੇਜ਼। ਅਤੇ ਪਹਿਲਾਂ ਇਹ ਸਮਝ ਲਓ ਕਿ ਕਹਿਣਾ ਕੀ ਚਾਹੁੰਦਾ ਹੈ। ਪੰਜਾਬੀ ਦੇ ਵਿੱਚ ਇਹ ਕਹਿੰਦਾ ਪਿਆ ਹੈ ਕਿ ਜਿਹੜਾ ਸਾਊਥ ਪੋਲ ਹੈ, ਸਾਊਥ ਪੋਲ ਦੇ ਉੱਪਰ ਜਿਹੜਾ ਸਾਊਥ ਪੋਲ 'ਤੇ ਪਹੁੰਚਣ ਵਾਲੀ ਫਸਟ ਲੇਡੀ ਹੈ, ਇਹ ਜਿਹੜੀ ਫਸਟ ਲੇਡੀ ਹੈ ਇਹ ਇੰਡੀਅਨ ਓਰੀਜਨ ਤੋਂ ਹੈ। ਮਤਲਬ ਫਸਟ ਇੰਡੀਅਨ ਬ੍ਰਿਟਿਸ਼ ਓਰੀਜਨ ਤੋਂ, ਇੰਡੀਅਨ ਓਰੀਜਨ ਹੈ, ਬ੍ਰਿਟਿਸ਼ ਨਾਗਰਿਕ। ਅਤੇ ਇਹਨਾਂ ਦਾ ਨਾਮ ਹੈ ਜੀ ਹਰਪ੍ਰੀਤ ਚੰਡੀ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖ ਸਕਦੇ ਹੋ। ਇਹ ਇੱਕ ਡਾਕਟਰ ਨੇ, ਪੈਡਿਸਟਰੀਅਨ, ਠੀਕ ਹੈ ਜੀ, ਇਹਨਾਂ ਦਾ ਨਾਮ ਹੈ। ਅਤੇ ਇਹਨਾਂ ਨੇ ਜੀ ਸਾਊਥ ਪੋਲ ਦੇ ਉੱਪਰ ਇਹ ਪਹੁੰਚੇ ਨੇ 40 ਦਿਨਾਂ ਦੇ ਵਿੱਚ ਇਸ ਨੂੰ ਕੰਪਲੀਟ ਕੀਤਾ। ਫਸਟ ਵੂਮੈਨ ਬਣੇ ਨੇ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਜੇ ਕੰਟਰੀ ਪੁੱਛ ਲਿਆ ਤਾਂ ਬ੍ਰਿਟੇਨ ਆਊਗਾ, ਠੀਕ ਹੈ ਜੀ। ਬ੍ਰਿਟੇਨ ਦਾ ਤੁਹਾਨੂੰ ਪਤਾ ਹੀ ਹੈ, ਇਹਨਾਂ ਦਾ ਯਾਦ ਰੱਖਣਾ ਕੁਐਸਚਨ। ਅਤੇ ਜੇ ਉਹਦਾ ਨਾਮ ਆ ਗਿਆ ਤਾਂ ਫਿਰ ਤੁਸੀਂ ਯਾਦ ਰੱਖ ਸਕਦੇ ਹੋ। ਅਤੇ ਸਾਊਥ ਪੋਲ ਦੀ ਗੱਲ ਕਰੀਏ, ਤੁਹਾਨੂੰ ਪਤਾ ਇਹ ਧਰਤੀ ਹੈ ਜਿਹਦੇ ਸਭ ਤੋਂ ਥੱਲੇ ਕੀ ਹੈ ਜੀ, ਸਾਊਥ ਪੋਲ ਹੈ। ਇਸ ਤੋਂ ਪਹੁੰਚਣ ਵਾਲੇ ਫਸਟ ਪਰਸਨ ਸੀਗੇ ਨਾਰਵੇ ਦੇ ਰੋਨਾਲਡ ਐਮੰਡਸਨ ਸੀਗੇ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖ ਸਕਦੇ ਹੋ। ਇਹਨਾਂ ਦਾ ਸਟੈਟਿਕ ਕੁਐਸਚਨ ਹੈ ਐਮੰਡਸਨ, ਠੀਕ ਹੈ ਜੀ। ਰੋਨਾਲਡ ਐਮੰਡਸਨ ਨਾਰਵੇਜੀਅਨ ਪਰਸਨ ਸੀਗੇ, ਠੀਕ ਹੈ ਜੀ। ਕਦੋਂ ਗਏ ਸੀਗੇ? 14 ਦਸੰਬਰ 1911 ਦੇ ਵਿੱਚ ਪਹੁੰਚੇ ਸੀਗੇ, ਠੀਕ ਹੈ ਜੀ। ਅਤੇ ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਆਪਾਂ ਇੱਕ ਕੁਐਸਚਨ UK ਤੋਂ ਇਹ ਵੀ ਆ ਜਾਂਦਾ ਕਿ ਨਾਰਥ ਸੀ, ਅਗਰ ਆਪਾਂ ਵਰਲਡ ਮੈਪ 'ਤੇ ਦੇਖੀਏ ਨਾ, ਨਾਰਥ ਸੀ ਕਿੱਥੇ ਹੈ, ਨਾਰਥ ਸੀ ਕਿਹੜੇ ਦੇਸ਼ ਨਾਲ ਲੱਗਦਾ ਹੈ।
ਤਾਂ ਇਹ ਯੂਕੇ ਦੇ ਨਾਲ ਲੱਗਦਾ। ਯੂਕੇ ਤੁਹਾਨੂੰ ਪਤਾ ਇੱਕ ਇਹ ਵੀ ਪੁੱਛ ਸਕਦਾ ਤੁਹਾਨੂੰ ਇੰਗਲਿਸ਼ ਚੈਨਲ, ਇਹ ਇੱਕ ਕਿਹਦੇ ਨਾਲ ਲੱਗਦਾ? ਇੰਗਲਿਸ਼ ਚੈਨਲ ਇੱਧਰ ਇੰਗਲੈਂਡ ਹੈ ਜੀ, ਉੱਧਰ ਇੱਕ ਪਾਸੇ ਫਰਾਂਸ ਹੈ, ਉਹਦੇ ਵਿੱਚ ਪੈਂਦਾ ਜੀ ਇੰਗਲਿਸ਼ ਚੈਨਲ। ਇਸ ਨੂੰ ਪਾਸ ਕਰਨ ਵਾਲੀ ਫਸਟ ਲੇਡੀ ਇੰਡੀਆ ਦੀ ਅਰਾਤੀ ਸਾਹਾ, ਇਹ ਵੀ ਕੁਐਸਚਨ ਪੇਪਰ ਦੇ ਵਿੱਚ ਆ ਸਕਦਾ ਹੈ, ਇਹ ਵੀ ਪੇਪਰ 'ਚ ਕੁਐਸਚਨ ਆਇਆ ਹੋਇਆ ਹੈ। ਅਤੇ ਇਸ ਨੂੰ ਪਾਸ ਕਰਨ ਵਾਲੇ ਫਸਟ ਮੈਨ ਪਰਸਨ ਸੀਗੇ ਮਿਹਰ ਸੈਨ, ਠੀਕ ਹੈ ਜੀ, ਇਹ ਵੀ ਪੇਪਰ ਦੇ ਵਿੱਚ ਕੁਐਸਚਨ ਤੁਹਾਨੂੰ ਆ ਸਕਦਾ ਹੈ, ਇਹ ਵੀ ਤੁਸੀਂ ਨੋਟ ਕਰ ਲਓ। ਉਸ ਤੋਂ ਬਾਅਦ ਆਪਾਂ ਗੱਲ ਕਰੀਏ ਨੈਕਸਟ ਕੁਐਸਚਨ ਦੇ ਉੱਪਰ। ਨੈਕਸਟ ਕੁਐਸਚਨ ਹੈ ਜੀ, ਹੂ ਹੈਜ਼ ਵੌਨ ਦਾ ਵਾਈਲਡ ਫੋਟੋਗ੍ਰਾਫਰ ਆਫ ਦਾ ਈਅਰ 2020 ਬੁਸ਼ ਫਾਇਰ ਇਮੇਜ ਵਾਸਤੇ ਜਿਹੜਾ ਅਵਾਰਡ ਮਿਲਿਆ ਇਹ ਕਿਹਨੂੰ ਮਿਲਿਆ ਜੀ? ਫੋਟੋਗ੍ਰਾਫੀ ਅਵਾਰਡ ਹੈ, ਇਹ ਕਿਹਨੂੰ ਦਿੱਤਾ ਗਿਆ? ਤਾਂ ਇਸ ਦਾ ਰਾਈਟ ਜਿਹੜਾ ਆਨਸਰ ਹੈ ਇਹ ਹੈਗਾ ਰੋਬਰਟ ਇਰਵਿਨ, ਠੀਕ ਹੈ ਜੀ। ਆਸਟ੍ਰੇਲੀਆ ਦੇ ਜਿਹੜੇ ਹੈਗੇ ਨੇ, ਆਸਟ੍ਰੇਲੀਆ ਦੇ ਤੁਹਾਨੂੰ ਪਤਾ ਜੀ ਇਹ ਗਰਮੀਆਂ ਦੇ ਵਿੱਚ ਜਦੋਂ ਸਮਰ ਟਾਈਮ ਹੁੰਦਾ ਤਾਂ ਜਿਹੜਾ ਆਸਟ੍ਰੇਲੀਆ ਦੇ ਵਿੱਚ ਤੁਹਾਨੂੰ ਪਤਾ ਹੈ ਇੱਕ ਵਾਰੀ ਅੱਗ ਲੱਗ ਗਈ ਸੀ, ਆਪਣੇ ਜੰਗਲਾਂ ਦੇ ਵਿੱਚ ਅੱਗ ਲੱਗੀ ਸੀ, ਉਸ ਟਾਈਮ ਦੇ ਵਿੱਚ ਇਹਨਾਂ ਨੇ ਇਮੇਜਿੰਗ ਕੀਤੀ ਸੀ, ਤਾਂ ਜਿਸ ਕਰਕੇ ਇਹਨਾਂ ਨੂੰ ਇਸ ਦਾ ਅਵਾਰਡ ਦਿੱਤਾ ਗਿਆ, ਇਹ ਤੁਸੀਂ ਯਾਦ ਰੱਖਣਾ। ਇਹ ਦਿੱਤਾ ਅਵਾਰਡ ਜੀ ਨੈਸ਼ਨਲ ਹਿਸਟਰੀ ਮਿਊਜ਼ੀਅਮ ਨੇ, ਨੈਸ਼ਨਲ ਹਿਸਟਰੀ ਮਿਊਜ਼ੀਅਮ ਨੇ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਇਹ ਅਵਾਰਡ ਵੀ ਦਿੱਤਾ ਕਿਹਨਾਂ ਨੇ? ਮਿਊਜ਼ੀਅਮ ਹੈ ਜੀ ਇੱਕ ਨੈਸ਼ਨਲ ਹਿਸਟਰੀ ਫੋਟੋਗ੍ਰਾਫੀ ਦਾ ਮਿਊਜ਼ੀਅਮ ਹੈ ਲੰਡਨ ਦੇ ਵਿੱਚ ਹੈਗਾ, ਇੰਗਲੈਂਡ ਦੇ ਵਿੱਚ, ਠੀਕ ਹੈ। ਲੰਡਨ ਕਿਹੜੀ ਨਦੀ ਦੇ ਕੰਢੇ 'ਤੇ ਹੈ? ਕੱਲ੍ਹ ਵੀ ਮੈਂ ਦੱਸਿਆ ਸੀਗਾ ਥੇਮਸ ਨਦੀ ਦੇ ਉੱਪਰ ਹੈ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਉਸ ਤੋਂ ਬਾਅਦ ਇਹ ਵੀ ਤੁਹਾਨੂੰ ਪੁੱਛ ਸਕਦਾ ਹੈ, ਇੱਕ ਸੰਸਥਾ ਹੁੰਦੀ ਹੈ ਜੀ ਐਮਨੈਸਟੀ ਜਿਹੜੀ ਹੁੰਦੀ ਹੈ ਹਿਊਮਨ ਰਾਈਟਸ ਨੂੰ ਬਚਾਉਣ ਵਾਸਤੇ ਇੰਟਰਨੈਸ਼ਨਲ ਲੈਵਲ 'ਤੇ, ਇਹਦਾ ਵੀ ਹੈੱਡਕੁਆਟਰ ਕਿੱਥੇ ਜੀ? ਲੰਡਨ ਦੇ ਵਿੱਚ ਹੈ। ਇਹ ਕੁਐਸਚਨ ਪੇਪਰ ਪੰਜਾਬ ਦੇ ਵਿੱਚ ਆਇਆ ਹੋਇਆ, ਤਾਂ ਮੈਂ ਤੁਹਾਨੂੰ ਦੱਸਦਾ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਇੰਡੀਆ ਦੇ ਵਿੱਚ ਹੂ ਹੈਜ਼ ਬੀਨ ਅਪੋਇੰਟਡ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ ਫਸਟ ਵੂਮਨ ਚੇਅਰਪਰਸਨ ਮੈਨੇਜਿੰਗ ਡਾਇਰੈਕਟਰ, ਅਤੇ ਮੈਨੇਜਿੰਗ ਡਾਇਰੈਕਟਰ MD ਦੇ ਪੋਸਟ ਦੇ ਉੱਪਰ ਨਿਯੁਕਤ ਕੀਤਾ ਗਿਆ ਫਸਟ ਵਾਰ ਕਿਸੇ ਲੇਡੀ ਨੂੰ ਇੰਡੀਆ ਦੀ ਜਿਹੜੀ ਸਭ ਤੋਂ ਵੱਡੀ ਕੰਪਨੀ ਜਿਹਦਾ ਨਾਮ ਹੈ ONGC ਆਇਲ ਐਂਡ ਨੈਚੁਰਲ ਗੈਸ, ਤਾਂ ਉਹਨਾਂ ਦਾ ਕੀ ਨਾਮ ਹੈ? ਡਾਕਟਰ ਅਲਕਾ ਮਿੱਤਲ ਇਹਨਾਂ ਦਾ ਨਾਮ ਹੈ, ਇਹ ਤੁਸੀਂ ਯਾਦ ਰੱਖੋਗੇ। ਇਹਨਾਂ ਨੇ ਰਿਪਲੇਸ ਕਿਹਨਾਂ ਨੂੰ ਕਰਨਾ ਹੈ? ਸੁਭਾਸ਼ ਕੁਮਾਰ, ਠੀਕ ਹੈ ਜੀ, ਸੁਭਾਸ਼ ਕੁਮਾਰ ਇਹਨਾਂ ਨੇ ਰਿਪਲੇਸ ਕਰਕੇ ਇਹਨਾਂ ਨੇ ਫਸਟ ਟਾਈਮ ਇਸ ਪੋਸਟ 'ਤੇ ਪਹੁੰਚਣਗੇ, ਫਸਟ ਲੇਡੀ ਨੇ, ਠੀਕ ਹੈ ਜੀ, ਅਤੇ ਇਹ ਯਾਦ ਰੱਖ ਸਕਦੇ ਹੋ ਤੁਸੀਂ, ਠੀਕ ਹੈ ਜੀ। ਅਤੇ ਨੈਕਸਟ ਆਪਾਂ ਵੇਖਦੇ ਹਾਂ ਕੁਐਸਚਨ, ਨੈਕਸਟ ਕੁਐਸਚਨ 'ਤੇ ਆਓ। ਦੀ ਰਿਨਾਊਂਡ ਸੋਸ਼ਲ ਵਰਕਰ ਰੈਸੀਪੀਐਂਟ ਆਫ ਦਾ ਪਦਮਾ ਸ਼੍ਰੀ ਅਵਾਰਡ ਸਿੱਧੂ ਤਾਈ ਸਪਕਲ was passed away recently, in which year he was awarded by the Padma Shri Award। ਤੁਹਾਨੂੰ ਪਤਾ ਹੈ ਜੀ ਸਿੱਧੂ ਤਾਈ ਜਿਹੜੇ ਸਤਪਾਲ ਨਾਮ ਦੀ ਇੱਕ ਔਰਤ ਹੈ, ਵੂਮਨ ਹੈ, ਉਹਨਾਂ ਦੀ ਡੈਥ ਹੋ ਗਈ ਹੈ, ਉਹ ਮੰਥ ਹੋ ਗਿਆ ਉਹਨਾਂ ਨੂੰ ਐਡਮਿਟ ਹੋਏ ਨੂੰ, ਅਤੇ ਉਹਨਾਂ ਦੀ ਡੈਥ ਹੋ ਗਈ ਹੈ, ਅਤੇ ਨਰਿੰਦਰ ਮੋਦੀ ਜੀ ਨੇ ਉਹਦੇ ਉੱਪਰ ਬੜਾ ਦੁੱਖ ਜਤਾਇਆ, ਕਿਉਂਕਿ ਇਹ ਕੌਣ ਸੀਗੇ ਜੀ? ਇਹਨਾਂ ਨੂੰ ਮਦਰ ਕਿਹਾ ਜਾਂਦਾ ਹੈ, ਜਿਹੜੇ ਬੱਚੇ ਅਨਾਥ ਹੋ ਜਾਂਦੇ ਨੇ, ਔਰਫਨਸ ਜਿਹੜੇ ਬੱਚੇ, ਉਹਨਾਂ ਦੀ ਮਦਰ ਕਿਹਾ ਜਾਂਦਾ ਹੈ, ਮਦਰ ਲੇਡੀ ਕਿਹਾ ਜਾਂਦਾ ਹੈ, ਜਿਹੜੇ ਬੱਚੇ ਅਨਾਥ ਹੋ ਜਾਂਦੇ ਨੇ। ਅਤੇ ਇਹਨਾਂ ਨੇ ਕੀ ਕੀਤਾ ਸੀਗਾ? ਇਹਨਾਂ ਦੀ ਸੰਸਥਾ ਹੈਗੀ ਹੈ, ਕਾਫੀ ਸੰਸਥਾਵਾਂ ਨੇ ਜਿਨ੍ਹਾਂ ਦੇ ਵਿੱਚ ਇਹ ਕੀ ਕਰਦੇ ਨੇ, ਅੱਜ ਤੱਕ ਇਹਨਾਂ ਨੇ 1000 ਬੱਚਿਆਂ ਨੂੰ ਗੋਦ ਲਿਆ, ਠੀਕ ਹੈ ਜੀ, ਪਿਛਲੇ 40 ਸਾਲਾਂ ਤੋਂ ਵਰਕ ਕਰਦੇ ਪਏ ਨੇ ਇਸ ਫੀਲਡ ਦੇ ਵਿੱਚ, ਜਿਸ ਕਰਕੇ ਇਹਨਾਂ ਨੂੰ ਹੁਣੇ ਹੀ 2021 ਦੇ ਵਿੱਚ ਅਵਾਰਡ ਦਿੱਤਾ ਗਿਆ ਸੀ, ਪਦਮ ਸ਼੍ਰੀ ਅਵਾਰਡ ਦਿੱਤਾ ਗਿਆ ਸੀ, ਠੀਕ ਹੈ ਜੀ। ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਇੱਥੇ ਇਹਨਾਂ ਨੇ ਲਿਖਿਆ ਹੋਇਆ ਹੈ, ਦੇਖੋ ਇਹਦਾ ਰਾਈਟ ਆਨਸਰ ਜਿਹੜਾ 2021 ਹੈ, ਇਹ ਤੁਸੀਂ ਯਾਦ ਰੱਖਣਾ ਹੈ। ਹੁਣ ਮੈਂ ਤੁਹਾਨੂੰ ਦੱਸ ਦਵਾਂ, ਇਹਨਾਂ ਨੂੰ ਅਵਾਰਡ ਪਦਮ ਸ਼੍ਰੀ ਤਾਂ ਮਿਲਿਆ ਹੀ ਸੀਗਾ, ਅਤੇ ਇਹਨਾਂ ਦਾ ਜਿਹੜਾ ਇਹ ਅਵਾਰਡ ਸੀਗਾ 2017 ਦੇ ਵਿੱਚ ਇਹਨਾਂ ਨੂੰ ਮਿਲਿਆ ਸੀਗਾ ਨਾਰੀ ਸ਼ਕਤੀ ਅਵਾਰਡ, ਠੀਕ ਹੈ, ਨਾਰੀ ਸ਼ਕਤੀ ਅਵਾਰਡ ਮਿਲਿਆ ਸੀ, ਇਹ ਤੁਸੀਂ ਯਾਦ ਰੱਖਣਾ ਹੈ। ਇਹਨਾਂ ਦਾ ਨਾਮ ਯਾਦ ਰੱਖ ਲਓ, ਠੀਕ ਹੈ ਜੀ। ਇਹ ਕਿੱਥੋਂ ਦੀ ਸੀਗੇ? ਇਹ ਹੈਗੇ ਵਰਧਾ ਜਿਹੜੀ ਪਲੇਸ ਹੈ ਨਾ ਆਪਣੇ ਮਹਾਰਾਸ਼ਟਰ ਦੇ ਵਿੱਚ ਇਹਨਾਂ ਨੇ ਕੰਮ ਕੀਤੇ ਸੀ, ਠੀਕ ਹੈ ਜੀ। ਇੱਥੇ ਇਹਨਾਂ ਨੇ ਕਾਫੀ ਜਿਹੜੀ ਸੰਸਥਾਵਾਂ ਦੇ ਨਾਲ ਕੰਮ ਕੀਤਾ ਹੋਇਆ ਹੈ। ਅਤੇ ਉਸ ਤੋਂ ਬਾਅਦ ਇਹਨਾਂ ਨੂੰ 2013 ਦੇ ਵਿੱਚ ਮਿਲਿਆ ਸੀ ਮਦਰ ਟਰੇਸਾ ਅਵਾਰਡ, ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਿਆ ਜੀ। ਉਸ ਤੋਂ ਬਾਅਦ ਇਹਨਾਂ ਨੂੰ ਸੋਸ਼ਲ ਵਰਕਰ ਅਵਾਰਡ ਮਿਲੇ। ਅਵਾਰਡ ਦੇ ਵਿੱਚ ਇਹਨਾਂ ਕੋਲ ਬਹੁਤ ਸਾਰੇ ਅਵਾਰਡ ਨੇ, ਤਾਂ ਇਹ ਤੁਸੀਂ ਯਾਦ ਰੱਖ ਸਕਦੇ ਹੋ। ਅਤੇ ਇਹ ਮੇਨ ਇਹਨਾਂ ਦਾ ਪਦਮ ਸ਼੍ਰੀ ਅਵਾਰਡ ਇਹਨਾਂ ਨੂੰ ਦਿੱਤਾ ਗਿਆ ਸੀਗਾ, ਅਤੇ ਇਹਨਾਂ ਦੀ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇੰਡੀਆ ਦੇ ਵਿੱਚ ਵਿਚ ਪੇਮੈਂਟ ਬੈਂਕ ਹੈਜ਼ ਬੀਨ ਟੂ ਕੈਟੇਗਰਾਈਜ਼ਡ ਸ਼ੈਡਿਊਲਡ ਬੈਂਕ ਬਾਏ ਦਾ ਰਿਜ਼ਰਵ ਬੈਂਕ ਆਫ ਇੰਡੀਆ ਆਫਟਰ ਦਾ ਪੇਟੀਐਮ ਪੇਮੈਂਟ ਬੈਂਕ। ਪਹਿਲੇ ਪੇਟੀਐਮ ਪੇਮੈਂਟ ਬੈਂਕ ਬਣਿਆ ਸੀਗਾ ਜਿਹੜਾ ਸੈਕਿੰਡ ਸ਼ੈਡਿਊਲ ਦੇ ਵਿੱਚ ਆਇਆ ਸੀ, ਪਰ ਹੁਣ ਰੀਸੈਂਟਲੀ ਇੰਡੀਆ ਦੇ ਬੈਂਕ ਜਿਹੜਾ RBI ਹੈ ਉਸਨੇ ਹੁਣ ਸੈਕਿੰਡ ਜਿਹੜਾ ਬੈਂਕ ਹੈ ਉਸ ਨੂੰ ਸ਼ੈਡਿਊਲ ਬੈਂਕ ਦੀ ਕੈਟੇਗਰੀ ਦੇ ਵਿੱਚ ਪਾ ਦਿੱਤਾ ਹੈ। ਉਹਦਾ ਨਾਮ ਹੈ ਜੀ ਏਅਰਟੈਲ ਪੇਮੈਂਟ ਬੈਂਕ ਨੂੰ ਹੁਣ ਇਹਦੀ ਕੈਟੇਗਰੀ ਦੇ ਵਿੱਚ ਰੱਖਿਆ। ਤਾਂ RBI ਤੁਹਾਨੂੰ ਪਤਾ ਜੀ ਇਹਦੀ ਜਿਹੜੀ ਸਥਾਪਨਾ ਹੋਈ ਸੀ 1 ਅਪ੍ਰੈਲ 1946 ਐਕਟ ਦੇ ਅੰਡਰ
ਇੰਡੀਆ ਦੇ ਵਿੱਚ ਸੈਂਟਰਲ ਬੈਂਕ ਬਣਾਇਆ ਗਿਆ ਸੀ ਆਰਬੀਆਈ। ਠੀਕ ਹੈ ਜੀ। ਆਰਬੀਆਈ ਤੁਹਾਨੂੰ ਪਤਾ ਇੱਕ ਟਾਈਗਰ ਹੈ ਅਤੇ ਪਾਮ ਟਰੀ ਦੇ ਅੱਗੇ ਇਹਦਾ ਜਾਂ ਕੁਆਇਨ ਪੁੱਛ ਇਹਨਾਂ ਦਾ ਸਿੰਬਲ ਪੁੱਛ ਲੈਣ। ਪਾਮ ਟਰੀ ਦੇ ਅੱਗੇ ਕੀ ਹੈ ਜੀ, ਇੱਕ ਟਾਈਗਰ ਹੈ ਜਿਹਨੂੰ ਰਾਇਲ ਬੰਗਾਲ ਟਾਈਗਰ ਕਹਿੰਦੇ ਆ। ਇਹਨਾਂ ਦੀ ਇੱਕ ਸੀਲ ਹੈ ਜਿਹੜੀ, ਠੀਕ ਹੈ ਜੀ। ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਇਹਦੇ ਫਸਟ ਜਿਹੜੇ ਗਵਰਨਰ ਕੌਣ ਸੀਗੇ, ਫਸਟ ਸੀਗੇ ਓਸਬੋਰਨ ਸਮਿਥ, ਠੀਕ ਹੈ ਜੀ। ਅਤੇ ਇੰਡੀਆ ਦੇ ਫਸਟ ਗਵਰਨਰ ਜਿਹੜੇ ਜਦੋਂ ਕਿਉਂਕਿ 1950 ਦੇ ਬਾਅਦ ਇੰਡੀਆ ਦਾ ਸੈਂਟਰਲ ਬੈਂਕ ਬਣ ਗਿਆ ਸੀਗਾ, ਤਾਂ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਗਵਰਨਰ ਬਣੇ ਸੀ ਇੰਡੀਆ ਦੇ CD ਦੇਸ਼ਮੁਖ, ਜਿਹੜੇ ਫਸਟ ਗਵਰਨਰ। ਠੀਕ ਹੈ ਜੀ। ਐਸੇ ਗਵਰਨਰ ਦੱਸੋ ਜਿਹੜੇ ਕਿ ਬਾਅਦ 'ਚ ਪ੍ਰਧਾਨ ਮੰਤਰੀ ਬਣੇ ਸੀ। ਤਾਂ ਡਾਕਟਰ ਮਨਮੋਹਨ ਸਿੰਘ ਕੀ ਸੀਗੇ ਜੀ, ਇਹ ਮੇਨ ਸੀਗੇ, ਬਾਅਦ 'ਚ ਪ੍ਰਧਾਨ ਮੰਤਰੀ ਬਣੇ ਸੀ ਅਤੇ ਆਰਬੀਆਈ ਦੇ ਗਵਰਨਰ ਵੀ ਸੀਗੇ। ਠੀਕ ਹੈ ਜੀ। ਅਤੇ ਆਰਬੀਆਈ ਦੇ ਬਾਰੇ ਤਾਂ ਹੋ ਚੁੱਕਿਆ। ਆਰਬੀਆਈ ਦੇ ਕਰੰਟਲੀ ਗਵਰਨਰ ਕੌਣ ਨੇ, ਇਹ 25ਵੇਂ ਨੰਬਰ ਦੇ ਗਵਰਨਰ ਨੇ ਸ਼ਕਤੀਕਾਂਤਾ ਦਾਸ। ਠੀਕ ਹੈ ਜੀ। ਸ਼ਕਤੀਕਾਂਤਾ ਦਾਸ ਹੁਣ ਮੇਨ ਗਵਰਨਰ ਨੇ। ਪਰ ਉਹਨਾਂ ਨੇ ਹੁਣ ਪੋਸਟ ਏਅਰਟੈਲ ਪੇਮੈਂਟ ਬੈਂਕ ਦੇ ਬਾਰੇ ਦੱਸਿਆ। ਤਾਂ ਅਪ੍ਰੈਲ 2017 ਦੇ ਵਿੱਚ ਇਹਦੀ ਫਾਊਂਡੇਸ਼ਨ ਹੁੰਦੀ ਹੈ ਨਬੁਰਤੋ ਬਿਸਵਾ ਨਾਮ ਦੇ ਜਿਹੜੇ ਪਰਸਨ ਨੇ, ਇਹਨਾਂ ਦੇ MD CEO ਨੇ। ਇਹਨਾਂ ਤੁਸੀਂ ਯਾਦ ਰੱਖਣਾ। ਪੋਸਟ ਪੇਮੈਂਟ ਬੈਂਕ 115 ਮਿਲੀਅਨ ਯੂਜ਼ਰਸ ਜਿਹੜੇ ਨੇ ਇਹਨਾਂ ਦੇ ਨਾਲ ਨੇ, ਤਾਂ ਕਿ ਇਹ ਇੰਨਾ ਵੱਡਾ ਬੈਂਕ ਬਣ ਚੁੱਕਿਆ ਹੈ। ਅਤੇ ਯਾਦ ਰੱਖਿਆ ਜੇ ਸ਼ਡਿਊਲਡ ਬੈਂਕ ਜਿਹੜੇ ਨੇ ਇਹ ਰਿਜ਼ਰਵ ਬੈਂਕ ਆਫ ਇੰਡੀਆ ਦੇ ਐਕਟ ਜਿਹੜਾ 1934 ਆਇਆ ਸੀ ਉਹਦੇ ਸ਼ਡਿਊਲ 2 ਦੇ ਵਿੱਚ ਆਉਂਦੇ ਨੇ। ਠੀਕ ਹੈ ਜੀ। ਸ਼ਡਿਊਲ ਬੈਂਕ ਇਹ ਜਿਹੜੇ ਪੋਸਟ ਪੇਮੈਂਟ ਬੈਂਕ ਹੈ ਸ਼ਡਿਊਲ 2 ਦੇ ਵਿੱਚ। ਠੀਕ ਹੈ ਜੀ। ਇਹ ਵੀ ਤੁਸੀਂ ਯਾਦ ਰੱਖਣਾ। ਅਤੇ ਇੱਕ ਹੋਰ ਕੈਟੇਗਰੀ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਡੀਸਿਬ ਬੈਂਕ ਮਤਲਬ ਹੁੰਦਾ ਹੈ ਡੋਮੈਸਟਿਕ ਸਿਸਟਮ ਇਨਫਰਾਸਟਰਕਚਰ ਇੰਪੋਰਟੈਂਟ ਬੈਂਕ। ਮਤਲਬ ਇੰਪੋਰਟੈਂਟ 3 ਐਸੇ ਬੈਂਕ ਹੈ ਜੇ ਉਹ ਫੇਲ ਨਹੀਂ ਹੋ ਸਕਦੇ ਕਦੇ ਵੀ, ਤਾਂ ਉਹ ਹੈਗੇ ਨੇ HDFC ਬੈਂਕ। ਇਹ 3 ਬੈਂਕ ਨੇ, ਇਹ ਖਾਸ ਕਰਕੇ ਕੁਐਸਚਨ ਪੇਪਰ 'ਚ ਆ ਸਕਦਾ ਹੈ। ICICI ਬੈਂਕ ਅਤੇ ਇੱਕ ਹੈਗਾ ਜੀ SBI ਬੈਂਕ। ਠੀਕ ਹੈ ਜੀ। ਇਹਨਾਂ ਨੂੰ ਤੁਸੀਂ ਯਾਦ ਰੱਖ ਸਕਦੇ ਹੋ। ਇਹ ਤਿੰਨੋਂ ਬੈਂਕ ਡੀਸਿਬ ਬੈਂਕ ਦੇ ਨਾਮ ਤੋਂ ਵੀ ਪੇਪਰ 'ਚ ਆਉਂਦੇ ਨੇ। ਅਤੇ ਆਈ ਹੋਪ ਕਿ ਤੁਹਾਨੂੰ ਇਹ ਕੁਐਸਚਨ ਕਲੀਅਰ ਹੋ ਗਿਆ ਹੋਣਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਨੈਕਸਟ ਕੁਐਸਚਨ, ਵਿਚ ਕੰਪਨੀ ਹੈਜ਼ ਇੰਟਰੋਡਿਊਸ ਦਾ ਇੰਡੀਆ ਫਸਟ ਗਲੋਬਲ ਇੰਡੈਕਸ ਫॉर ਕ੍ਰਿਪਟੋ ਕਰੰਸੀ IC15। ਇਹ ਇੱਕ ਇੰਡੈਕਸ ਜਾਰੀ ਕੀਤਾ ਗਿਆ ਹੈ। ਤੁਹਾਨੂੰ ਪਤਾ ਪੂਰੇ ਵਰਲਡ ਦੇ ਵਿੱਚ ਹੁਣ ਕ੍ਰਿਪਟੋ ਕਰੰਸੀ ਸਿਸਟਮ ਆ ਗਿਆ, ਕਿਉਂਕਿ ਇਹ ਕੁਐਸਚਨ ਇਕੋਨਮੀ ਦੇ ਵਿੱਚ ਬਣਦਾ। ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਕੀ ਵਰਲਡ ਦੇ ਵਿੱਚ ਚੱਲਦਾ ਹੁੰਦਾ ਸੀ, ਬਾਰਟਰ ਐਕਸਚੇਂਜ ਦਾ ਮਤਲਬ ਕੀ ਹੁੰਦਾ ਸੀਗਾ, ਇਹਦਾ ਮਤਲਬ ਹੁੰਦਾ ਸੀ, ਇਹਨੂੰ ਆਪਾਂ ਕਹਿੰਦੇ ਸੀ ਵਸਤੂ ਵਿਨਿਮय। ਮਤਲਬ ਕੋਈ ਵੀ ਵਸਤੂ ਦੇ ਬਦਲੇ ਦੇ ਵਿੱਚ ਵਸਤੂ ਦਾ ਐਕਸਚੇਂਜ ਹੁੰਦਾ ਸੀਗਾ। ਮਤਲਬ ਕੋਈ ਵੀ ਚੀਜ਼ ਦਾ ਐਕਸਚੇਂਜ ਕਿਸੇ ਚੀਜ਼ ਨਾਲ ਹੀ ਹੁੰਦਾ ਸੀ, ਉਹਨੂੰ ਆਪਾਂ ਪੁਰਾਣੇ ਟਾਈਮ 'ਚ ਬਾਰਟਰ ਐਕਸਚੇਂਜ ਕਹਿੰਦੇ ਸੀ। ਉਸ ਤੋਂ ਬਾਅਦ ਤੁਹਾਨੂੰ ਪਤਾ ਮੁਦਰਾ ਅਸ਼ਰਫੀਆਂ ਆ ਗਈਆਂ। ਉਸ ਤੋਂ ਬਾਅਦ ਪੇਪਰ ਕਰੰਸੀ ਆ ਗਈ। ਮੁਦਰਾ ਅਸ਼ਰਫੀਆਂ, ਟੋਕਨ ਕੁਆਇਨ ਚੱਲ ਪਏ, ਸੀਲਸ ਚੱਲ ਪਈਆਂ। ਫਿਰ ਪੇਪਰ ਕੁਆਇਨ ਚੱਲ ਪਏ, ਪੇਪਰ ਚੱਲਿਆ। ਫਿਰ ਤੁਹਾਨੂੰ ਪਤਾ ਹੈ ਜੀ ATM ਆ ਗਿਆ। ਹੁਣ ATM ਤੋਂ ਬਾਅਦ ਹੁਣ ਕੀ ਹੋ ਗਿਆ ਜੀ, ਸਾਰਾ ਹੁਣ ਕ੍ਰਿਪਟੋ ਕਰੰਸੀ ਚੱਲ ਪਿਆ। ਅਤੇ ਕ੍ਰਿਪਟੋ ਕਰੰਸੀਆਂ ਜਿੰਨੀਆਂ ਵੀ ਵਰਲਡ ਦੇ ਵਿੱਚ ਨੇ ਉਹਦੇ ਵਾਸਤੇ ਇੱਕ ਇੰਡੈਕਸ ਬਣਿਆ ਜਿਹੜਾ ਕਿ ਬਣਾਇਆ ਗਿਆ ਹੈ ਕ੍ਰਿਪਟੋ ਵਾਇਰ ਦੁਆਰਾ। ਠੀਕ ਹੈ ਜੀ। ਇਹ ਤੁਸੀਂ ਯਾਦ ਰੱਖਣਾ। ਇਹ ਇੰਪੋਰਟੈਂਟ ਕੁਐਸਚਨ ਹੈ। ਪੂਰੇ ਵਰਲਡ ਦੀਆਂ 15 ਹੈਗੀਆਂ ਇੰਟਰਨੈਸ਼ਨਲ ਕਰੰਸੀਆਂ, ਉਹਨਾਂ ਨੂੰ ਇਹ ਵਾਸਤੇ ਇੱਕ ਜਿਹੜਾ ਬਣਾਇਆ ਗਿਆ। ਠੀਕ ਹੈ ਜੀ। ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਣਾ ਕੁਐਸਚਨ। ਤਾਂ ਉਸ ਤੋਂ ਬਾਅਦ ਨੈਕਸਟ ਕੁਐਸਚਨ 'ਤੇ ਆਓ। ਕਹਿੰਦਾ ਜੀ ਵਿਚ ਰੀਜਨ ਇੰਡੀਅਨ ਸਟੇਟ ਐਂਡ UT ਹੈਜ਼ ਸੈਲੀਬ੍ਰੇਟਡ ਦੇਅਰ ਦਾ ਟ੍ਰੈਡੀਸ਼ਨਲ ਵੀਅਰ ਲੋਜ਼ਾਰ ਫੈਸਟੀਵਲ ਐਲ ਤੋਂ ਯਾਦ ਰੱਖ ਲਓ। ਇਹ ਲਦਾਖ ਦੇ ਵਿੱਚ, ਤੁਹਾਨੂੰ ਪਤਾ ਹੈ ਜੰਮੂ ਐਂਡ ਕਸ਼ਮੀਰ ਜਿਹੜੇ ਇੰਡੀਆ ਦੇ ਵਿੱਚ ਪਾਰਟ ਸੀਗਾ, ਸਟੇਟ ਸੀਗਾ, ਇਹਨੂੰ 2 ਹਿੱਸਿਆਂ 'ਚ ਡਿਵਾਈਡ ਕੀਤਾ ਗਿਆ। ਦੋਨਾਂ ਨੂੰ UT ਬਣਾਇਆ ਗਿਆ 5 ਅਕਤੂਬਰ 2019 ਦੇ ਵਿੱਚ। ਨਹੀਂ ਸੌਰੀ 5 ਅਗਸਤ ਸੀਗਾ ਅਤੇ 2019 ਦੇ ਵਿੱਚ। ਪਰ 31 ਅਕਤੂਬਰ ਨੂੰ ਇਹਨਾਂ ਨੇ ਐਜ਼ ਏ UT ਵਰਕ ਕਰਨਾ ਸਟਾਰਟ ਕੀਤਾ ਸੀਗਾ। ਠੀਕ ਹੈ ਜੀ। ਅਤੇ ਇਹ ਜਿਹੜਾ ਲੋਜ਼ਾਰ ਫੈਸਟੀਵਲ ਹੈ ਇਹ ਲਦਾਖ ਦੇ ਵਿੱਚ ਮਨਾਇਆ ਗਿਆ। ਠੀਕ ਹੈ ਜੀ। ਲਦਾਖ ਦੇ ਵਿੱਚ ਇਹ ਵੀ ਯਾਦ ਰੱਖਣਾ ਹੈਮਿਸ ਇਹਨਾਂ ਦਾ ਇੱਕ ਫੈਸਟੀਵਲ ਹੈ, ਹੈਮਿਸ, ਉਹ ਵੀ ਤੁਸੀਂ ਯਾਦ ਰੱਖ ਲਓ, ਇਹ ਵੀ ਫੈਸਟੀਵਲ ਹੈ। ਅਤੇ ਨਾਗਾਲੈਂਡ ਦਾ ਫੈਸਟੀਵਲ ਬੜਾ ਪੇਪਰ 'ਚ ਆਉਂਦਾ, ਉਹਨਾਂ ਦਾ ਨਾਮ ਹੈਗਾ ਉਹਨਾਂ ਦਾ ਹੈਗਾ ਹੌਰਨਬਿਲ ਫੈਸਟੀਵਲ ਪੇਪਰ 'ਚ ਜ਼ਰੂਰ ਆਉਂਦਾ। ਇਹ ਤੁਸੀਂ ਯਾਦ ਰੱਖਣਾ ਨਾਗਾਲੈਂਡ ਦਾ। ਠੀਕ ਹੈ ਜੀ। ਹੌਰਨਬਿਲ ਫੈਸਟੀਵਲ ਪੇਪਰ 'ਚ ਆ ਸਕਦਾ। ਅਸਾਮ ਦਾ ਤੁਹਾਨੂੰ ਬਿਹੂ ਇਹ ਡਾਂਸ ਬੜਾ ਪੇਪਰ ਦੇ ਵਿੱਚ ਆਉਂਦਾ, ਇਹ ਵੀ ਤੁਸੀਂ ਯਾਦ ਰੱਖਿਆ ਜੀ। ਇੱਕ ਲਾਵਨੀ ਡਾਂਸ ਪੇਪਰ ਦੇ ਵਿੱਚ ਆ ਸਕਦਾ ਤੁਹਾਨੂੰ ਮਹਾਰਾਸ਼ਟਰ ਦਾ। ਠੀਕ ਹੈ ਜੀ। ਅਤੇ ਇੱਕ ਤੁਹਾਨੂੰ ਓਨਮ ਫੈਸਟੀਵਲ ਪੇਪਰ ਦੇ ਵਿੱਚ ਆ ਸਕਦਾ। ਓਨਮ ਹੈਗਾ ਤੁਹਾਡਾ ਕੇਰਲਾ ਦੇ ਵਿੱਚ। ਠੀਕ ਹੈ ਜੀ। ਇਹ ਤੁਸੀਂ ਪੇਪਰ ਇਹ ਰੱਟ ਲਓ, ਤੁਹਾਡਾ ਇਹ ਕੁਐਸਚਨ ਦੇ ਵਿੱਚ ਆ ਸਕਦਾ ਤੁਹਾਨੂੰ। ਤਾਂ ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ। ਇਹਨਾਂ ਦਾ ਇੱਕ ਲਦਾਖ ਦਾ ਹੈਗਾ ਡੋਮਚੇ ਫੈਸਟੀਵਲ ਵੀ ਆਉਂਦਾ ਪੇਪਰ ਦੇ ਵਿੱਚ। ਹੈਮਿਸ ਵੀ ਹੈ, ਇਹ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਲਦਾਖ। ਠੀਕ ਹੈ ਜੀ। ਹੁਣ ਕਿੰਨੀਆਂ ਆਪਣੀ ਸਟੇਟਸ ਨੇ, 28 ਸਟੇਟਸ ਨੇ ਅਤੇ 8 UT ਨੇ। ਠੀਕ ਹੈ ਜੀ। ਇਹਨਾਂ 8 UT ਦੇ ਵਿੱਚ ਸਭ ਤੋਂ ਵੱਡੀ UT ਸਾਡੀ ਕਿਹੜੀ ਹੈ, ਲਦਾਖ ਹੈ। ਲਦਾਖ ਦੇ ਵਿੱਚ ਦੋ ਡਿਸਟ੍ਰਿਕਟ ਪੈਂਦੇ ਨੇ। ਲੇਹ ਜਿਹੜਾ ਸ਼ਹਿਰ ਹੈ ਉਹ ਕਿਹੜੀ ਨਦੀ ਦੇ ਉੱਪਰ ਹੈ, ਇੰਡਸ ਨਦੀ ਦੇ ਉੱਪਰ ਹੈ। ਤੁਹਾਨੂੰ ਪਤਾ ਹੋਵੇਗਾ ਇੰਡਸ ਯੂਨੀਵਰਸਿਟੀ ਵੀ ਬਣਦੀ ਪਈ ਹੈ ਇੱਥੇ
ਹੁਣ ਇਹਨਾਂ ਨੇ ਬਣਾ ਰਹੇ ਨੇ ਇੰਡਸ ਯੂਨੀਵਰਸਿਟੀ ਦੇ ਉੱਪਰ, ਸਿੰਧੂ ਯੂਨੀਵਰਸਿਟੀ ਨੂੰ ਕਹਿ ਸਕਦੇ ਹਾਂ ਆਪਾਂ, ਲਦਾਖ ਦੇ ਵਿੱਚ ਬਹੁਤ ਜ਼ਿਆਦਾ ਡਿਵੈਲਪਮੈਂਟ ਚੱਲਦੀ ਪਈ ਹੈ। ਸੋ ਇਸ ਤੋਂ ਬਾਅਦ ਆਪਾਂ ਯਾਦ ਰੱਖ, ਇੱਕ ਕਾਰਗਿਲ ਵਾਲਾ ਏਰੀਆ ਜੀ ਆਪਣਾ ਕਾਰਗਿਲ, ਠੀਕ ਹੈ ਜੀ, ਕਾਰਗਿਲ ਵਾਲਾ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ, ਵਿਚ ਟੈਕਨੋਲੋਜੀ ਕੰਪਨੀ ਹੈਜ਼ ਬਿਕਮ ਦਾ ਵਰਲਡ ਫਸਟ ਕੰਪਨੀ ਟੂ ਹਿੱਟ ਦਾ 3 ਟ੍ਰਿਲੀਅਨ ਮਾਰਕੀਟ ਕੈਪ। ਮਤਲਬ ਆਪਾਂ ਉਸ ਦੀ ਕੈਪੀਟਲ ਹੁੰਦਾ ਹੈ ਉਹ ਪੈਸਾ ਜਿਹੜਾ ਕਿ ਕਿਸੇ ਇੰਡਸਟਰੀ ਨੂੰ ਲਗਾਉਣ ਵਾਸਤੇ ਆਪਾਂ ਲਗਾਉਂਦੇ ਹਾਂ, ਕਿਸੇ ਇੰਡਸਟਰੀ ਦੇ ਵਿੱਚ ਜਿਹਦੇ ਵਿੱਚ ਇਨਫਰਾਸਟਰਕਚਰ ਬਣਦਾ ਹੈ। ਤਾਂ ਆਪਾਂ ਜੇ ਕਿਸੇ ਕੰਪਨੀ ਦੀ ਇਹ ਹੁਣ ਕੰਪਨੀ ਪੁੱਛਿਆ, ਟੈਕਨੋਲੋਜੀ ਕੰਪਨੀ ਜਿਹਦਾ 3 ਟ੍ਰਿਲੀਅਨ ਮਾਰਕੀਟ ਵੈਲਿਊ ਬਣ ਚੁੱਕੀ ਹੈ, ਤਾਂ ਉਹ ਕੰਪਨੀ ਪੂਰੇ ਵਰਲਡ ਦੇ ਵਿੱਚ ਹੈਗੀ ਜਿਹਦਾ ਨਾਮ ਹੈ ਜੀ ਐਪਲ ਦੇ CEO ਤੁਹਾਨੂੰ ਪੁੱਛ ਸਕਦੇ ਨੇ ਪੇਪਰ ਦੇ ਵਿੱਚ, ਉਹਨਾਂ ਦਾ ਨਾਮ ਹੈ ਟਿਮ ਕੁੱਕ, ਜਿਹੜੇ ਐਪਲ ਦੇ CEO ਨੇ। ਐਪਲ ਕੰਪਨੀ ਨੂੰ 1976 ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਸਟਾਰਟ ਕੀਤਾ ਸੀਗਾ ਸਟੀਵ ਜੋਬ ਜਿਹੜੇ ਕਿ ਇਹਨਾਂ ਦੇ ਪਹਿਲੇ ਆਪਣੇ CEO ਸੀਗੇ, ਠੀਕ ਹੈ ਜੀ, ਸਟੀਵ ਜੋਬ। ਇਹਨਾਂ ਦਾ ਐਪਲ ਦਾ ਸਭ ਤੋਂ ਜ਼ਿਆਦਾ ਜਿਹੜਾ ਬ੍ਰਾਂਡ ਹੈ ਉਹ ਵਿਕਿਆ ਜੀ, ਉਹ ਇਹਨਾਂ ਦਾ ਜਿਹੜੀ ਇਹਨਾਂ ਦੀ ਇੰਨੀ ਵਰਥ ਬਣੀ ਹੈ ਉਹ ਆਈਫੋਨ ਦੇ ਨਾਮ ਤੋਂ ਹੋਈ ਹੈ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖ ਸਕਦੇ ਹੋ ਐਪਲ ਕੰਪਨੀ ਦੇ ਬਾਰੇ, ਠੀਕ ਹੈ ਜੀ। ਜੇ ਇੰਡੀਆ ਦੇ ਹਿਸਾਬ ਨਾਲ ਵੇਖੀਏ, ਇੰਡੀਆ ਦੀ ਸਭ ਤੋਂ ਵੱਡੀ ਮਾਰਕੀਟ ਵੈਲਿਊ ਕੰਪਨੀ ਕਿਹੜੀ ਹੈ ਜੀ, ਤਾਂ ਰਿਲਾਇੰਸ ਇੰਡਸਟਰੀ ਦਾ ਨਾਮ ਤੁਸੀਂ ਯਾਦ ਰੱਖ ਸਕਦੇ ਹੋ, ਇਹ ਤੁਸੀਂ ਯਾਦ ਰੱਖਣਾ, ਠੀਕ ਹੈ ਜੀ। ਅਤੇ ਇਹ ਤੁਸੀਂ ਯਾਦ ਰੱਖ ਲਓ। ਅਤੇ ਕੋਈ ਵਾਰ ਤੁਹਾਨੂੰ ਗੂਗਲ ਦੇ CEO ਵੀ ਪੁੱਛ ਸਕਦੇ ਨੇ, ਕਿਉਂਕਿ ਉਹ ਸਾਡੇ ਹੈਦਰਾਬਾਦ ਤੋਂ ਨੇ, ਇੰਡੀਅਨ ਓਰੀਜਨ ਦੇ ਨੇ, ਸੁੰਦਰ ਪਿਚਾਈ, ਠੀਕ ਹੈ ਜੀ, ਸੁੰਦਰ ਪਿਚਾਈ ਹੈਗੇ ਨੇ ਇਹਨਾਂ ਦੇ ਗੂਗਲ ਦੇ CEO, ਇਹ ਵੀ ਤੁਸੀਂ ਯਾਦ ਰੱਖ ਲਓ। ਮਾਈਕਰੋਸੋਫਟ ਦੇ ਕਿਹੜੇ ਨੇ, ਮਾਈਕਰੋਸੋਫਟ ਦੇ ਸਤਿਆ ਨਡੇਲਾ, ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖ ਲਓ, ਇਹ ਵੀ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਨੇ ਤੁਹਾਨੂੰ, ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਆਪਾਂ ਨੂੰ ਟਵਿੱਟਰ ਦੇ ਵੀ ਪੁੱਛੇ ਜਾ ਸਕਦੇ, ਟਵਿੱਟਰ ਦੇ ਕਿਹੜੇ ਨੇ, ਕਿਉਂਕਿ ਟਵਿੱਟਰ ਦੇ ਉੱਪਰ ਕਾਫੀ ਕੈਂਪੇਨ ਚੱਲਦੇ ਪਏ ਨੇ ਹੁਣ ਪੋਸਟਾਂ ਤੋਂ ਰਿਲੇਟਡ, ਤਾਂ ਪੁੱਛ ਸਕਦੇ ਨੇ ਟਵਿੱਟਰ ਦੇ ਦੱਸੋ ਜੀ, ਤਾਂ ਉਹਨਾਂ ਦਾ ਨਾਮ ਹੈਗਾ ਜੀ ਪਰਾਗ ਅਗਰਵਾਲ, ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਆਈ ਹੋਪ ਕਿ ਤੁਹਾਨੂੰ ਇਹ ਮੈਂ ਜਿੰਨੇ ਵੀ ਦੱਸਿਆ ਇਹ ਤੁਸੀਂ ਨੋਟ ਕਰ ਲਏ ਹੋਣਗੇ। ਅਤੇ ਉਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਦੇਖੋ ਨੈਕਸਟ ਕੁਐਸਚਨ ਹੈ ਸਾਡਾ, ਹੂ ਵੌਨ ਦਾ ਰਾਮਨਾਥ ਗੋਇੰਕਾ ਅਵਾਰਡ ਇਨ ਦੀ ਫੋਟੋ ਜਰਨਲਿਜ਼ਮ ਕੈਟੇਗਰੀ। ਦੇਖੋ ਜੀ, ਹੁਣ ਇਹ ਜਿਹੜਾ ਅਵਾਰਡ ਹੈ ਇਹ ਦਿੱਤਾ ਜਾਂਦਾ ਅਸਾਮ ਗੌਰਮੈਂਟ ਵੱਲੋਂ ਇਹ ਅਵਾਰਡ ਦਿੱਤਾ ਜਾਂਦਾ ਹੈ। ਤੁਹਾਨੂੰ ਪਤਾ ਜੀ ਇੱਕ NRC ਦਾ ਰੌਲਾ ਪਿਆ ਸੀ ਇੰਡੀਆ ਦੇ ਵਿੱਚ, ਸਿਟੀਜ਼ਨਸ਼ਿਪ ਬਿੱਲ ਆਇਆ ਸੀ ਇੰਡੀਆ ਦੇ ਵਿੱਚ, ਜਿਹਦੇ ਵਿੱਚ ਇੱਕ ਰਜਿਸਟਰ ਬਣਾਉਣਾ ਜਿਹਦੇ ਵਿੱਚ NRC, ਤਾਂ ਜਿਹੜੇ ਪਰਸਨ ਦੇ NRC ਦੇ ਵਿੱਚ ਇੰਡੀਆ ਦਾ, ਉਹ ਜਿਹੜਾ ਪਰਸਨ NRC ਦੇ ਵਿੱਚ ਆਪਣੇ ਜਿਹੜੇ ਪ੍ਰੂਫ ਦਿਖਾ ਗਿਆ ਉਹ ਤਾਂ ਇੰਡੀਆ ਦਾ ਨਾਗਰਿਕ ਹੈ, ਅਦਰਵਾਈਜ਼ ਉਸ ਨੂੰ ਇੰਡੀਆ ਦੀ ਨਾਗਰਿਕਤਾ ਨਹੀਂ ਦਿੱਤੀ ਜਾਊਗੀ। ਤਾਂ ਇਹ ਅਸਾਮ ਦੇ ਵਿੱਚ ਬਹੁਤ ਜ਼ਿਆਦਾ ਹੀ ਇਸ਼ੂ ਬਣਿਆ ਸੀਗਾ ਉਸ ਟਾਈਮ ਦੇ ਵਿੱਚ। ਜਿਹੜੇ ਅਸਾਮ ਦੇ ਵਿੱਚ ਜਿਨ੍ਹਾਂ ਨੂੰ NRC ਦੇ ਵਿੱਚ ਜਿਹੜੇ ਕਿ ਆਪਣਾ ਪ੍ਰੂਫ ਨਹੀਂ ਸੀ ਦਿਖਾ ਸਕੇ, ਉਹਨਾਂ ਵਾਸਤੇ ਕੀ ਹੋਇਆ, ਉਹਨਾਂ ਦੀ ਜਿਹੜੀ ਬਾਅਦ ਦੇ ਵਿੱਚ ਉਹ ਬਹੁਤ ਦੁੱਖ ਹੋਇਆ ਉਹਨਾਂ ਨੂੰ। ਅਤੇ ਉਸ ਵਾਸਤੇ ਉਸ ਟਾਈਮ ਦੀ ਜਿਹੜੀ ਕੰਡੀਸ਼ਨ ਨੂੰ ਇੱਕ ਡਾਕੂਮੈਂਟਰੀ ਬਣਾਈ ਗਈ, ਉਸ ਬੇਸ 'ਤੇ, ਉਸ ਕੰਡੀਸ਼ਨ ਦੇ ਉੱਪਰ ਵੀ ਕਿਸ ਤਰ੍ਹਾਂ ਫੀਲ ਉਹਨਾਂ ਨੂੰ ਹੋ ਰਿਹਾ ਸੀਗਾ। ਤਾਂ ਉਹਨਾਂ ਦੇ ਉੱਪਰ ਇਹ ਜਸ਼ਨ ਲਤੀਫ ਨਾਮ ਦੇ ਜਿਹੜੇ ਰਾਈਟਰ ਨੇ, ਉਹਨਾਂ ਨੂੰ ਇਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ, ਠੀਕ ਹੈ ਜੀ। ਇਹ ਤੁਸੀਂ ਯਾਦ ਰੱਖ ਸਕਦੇ ਹੋ, ਇਹ ਪੇਪਰ ਦੇ ਵਿੱਚ ਤੁਹਾਨੂੰ ਪੇਪਰ 'ਚ ਪੁੱਛਿਆ ਜਾ ਸਕਦਾ, ਕਿਉਂਕਿ ਇਹ ਇਸ਼ੂ ਕਾਫੀ ਆਪਣਾ ਟਾਈਮ ਤੱਕ ਚੱਲਦਾ ਰਿਹਾ ਸੀਗਾ, ਇਹ ਤੁਸੀਂ ਯਾਦ ਰੱਖਿਆ ਜੀ, ਠੀਕ ਹੈ ਜੀ। ਅਸਾਮ ਦੇ ਵਿੱਚ, ਠੀਕ ਹੈ ਜੀ, ਅਸਾਮ ਦੇ ਵਿੱਚ ਤੁਹਾਨੂੰ ਪਤਾ ਔਰਾਂਗ ਨੈਸ਼ਨਲ ਪਾਰਕ ਹੈਗਾ ਆਪਣਾ, ਔਰਾਂਗ ਨੈਸ਼ਨਲ ਪਾਰਕ ਹੈ, ਠੀਕ ਹੈ ਜੀ, ਇਹ ਤੁਸੀਂ ਯਾਦ ਰੱਖ ਸਕਦੇ ਹੋ। ਮਾਨਸ ਨੈਸ਼ਨਲ ਪਾਰਕ ਹੈ, ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖਿਆ ਜੀ। ਮਾਨਸ ਦੇ ਉੱਪਰ ਪੇਪਰ 'ਚ ਕੁਐਸਚਨ ਆ ਜਾਂਦਾ ਕਈ ਵਾਰੀ ਤੁਹਾਨੂੰ, ਠੀਕ ਹੈ ਜੀ। ਤਾਂ ਉਸ ਤੋਂ ਬਾਅਦ ਇੱਕ ਅਵਾਰਡ ਹੋਰ ਯਾਦ ਕਰ ਲਓ, ਉਹਨਾਂ ਦਾ ਨਾਮ ਹੈ ਨੀਨਾ ਗੁਪਤਾ ਜੀ ਨੂੰ ਅਵਾਰਡ ਦਿੱਤਾ ਗਿਆ, ਇਹ ਤੁਸੀਂ ਯਾਦ ਰੱਖਿਓ। ਇਸ ਸਾਲ ਦਾ ਰਾਮਾਨੁਜਨ ਅਵਾਰਡ, ਜੋ ਕਿ ਮੈਥਮੈਟੀਸ਼ੀਅਨ ਸੀਗੇ ਇੰਡੀਆ ਦੇ, ਉਹ ਵੀ ਤੁਸੀਂ ਅਵਾਰਡ ਯਾਦ ਰੱਖ ਲਓ, ਨੀਨਾ ਗੁਪਤਾ ਵਾਲਾ। ਅਤੇ ਇੱਕ ਜਿਹੜਾ ਹੈਗਾ ਐਮ ਮੁਕੁੰਦਨ, ਜਿਹੜੀ ਇੱਕ ਲੇਡੀ ਨੇ, ਉਹਨਾਂ ਨੂੰ ਜਿਹੜਾ ਅਵਾਰਡ ਦਿੱਤਾ ਗਿਆ JCB ਅਵਾਰਡ ਦਿੱਤਾ ਗਿਆ ਉਹਨਾਂ ਦੀ ਬੁੱਕ ਵਾਸਤੇ, ਠੀਕ ਹੈ ਜੀ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਅਤੇ ਇਹਨਾਂ ਦੇ ਵਾਸਤੇ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿ ਅਵਾਰਡ। ਅਤੇ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਹੀ ਕੁਐਸਚਨ ਸੀਗੇ। ਥੱਲੇ ਤੁਹਾਨੂੰ ਪੰਜਾਬੀ ਦੇ ਵਿੱਚ ਇਹ ਵੀ ਜਿਹੜੀ ਵੀਡੀਓ ਦੀ ਪੰਜਾਬੀ ਦੇ ਵਿੱਚ ਲਿਖਿਆ ਹੋਇਆ, ਇਹ ਤੁਹਾਨੂੰ PDF ਸਾਡੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਮਿਲ ਜਾਵੇਗੀ ਤੁਹਾਨੂੰ ਸਾਰਿਆਂ ਨੂੰ। ਅਤੇ ਸਾਡੇ ਔਨਲਾਈਨ ਕੋਰਸਿਸ ਵੀ ਆਉਂਦੇ ਨੇ, ਅਗਰ ਤੁਸੀਂ ਔਨਲਾਈਨ ਪਰਚੇਜ਼ ਕਰਨਾ ਚਾਹੁੰਦੇ ਹੋ ਤਾਂ ਸਾਡੀ ਐਪ CBSE ਐਗਜ਼ਾਮ ਗੁਰੂ ਤੁਸੀਂ ਡਾਊਨਲੋਡ ਕਰ ਸਕਦੇ ਹੋ ਪਲੇ ਸਟੋਰ ਤੋਂ, ਉੱਥੇ ਤੁਹਾਨੂੰ ਸਾਰੇ ਕੋਰਸ ਅਵੇਲੇਬਲ ਨੇ, ਤਾਂ ਇਹਨਾਂ ਨੂੰ ਤੁਸੀਂ ਜਾ ਕੇ ਵੇਖ ਸਕਦੇ ਹੋ। ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।